ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪਤ ਸਿਉ ਪ੍ਰਗਟ ਜਾਏ। ਮੰਨੇ ਮਗ ਨਾ ਚੱਲੇ ਪੰਥ, ਮੰਨੇ ਧਰਮ ਸੇਤੀ ਸੰਬੰਧ। ਮੰਨੇ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੇ ਮਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਦੀ ਰਹਿਮਤ ਦੇ ਨਾਲ, ਉਹਨਾਂ ਦੀ ਬਖਸ਼ੀ ਹੋਈ ਸਮੱਤ ਦੇ ਨਾਲ ਆਪ ਆਪਣੀ ਬੁੱਧ ਜੇਤੀ ਬਰਣਤ ਬਿਨ ਬਿਨ ਤਿਉ ਤੇਤੀ। ਪਵਿੱਤਰ ਬਾਣੀ ਜਪਜੀ ਸ੍ਰੀ ਜਪਜੀ ਸਾਹਿਬ ਦੀ ਜਿਹੜੀ ਕਥਾ ਆਰੰਭ ਕੀਤੀ ਹੈ ਮਹਾਰਾਜ ਜਿੱਦਣ ਦੀ ਵਿਚਾਰ ਕਰਾ ਰਹੇ ਨੇ, ਬਖਸ਼ ਰਹੇ ਨੇ, ਉੱਦਾਂ ਆਪਾਂ ਕਰ ਰਹੇ ਹਾਂ। ਕਲਗੀਧਰ ਦਾ ਇੱਕ ਬਚਨ ਆਉਂਦਾ ਕਿ ਬਲ ਬੁੱਧ ਦਾ ਦਾਤਾ ਪਰਮੇਸ਼ਰ ਨੂੰ ਜਾਣਨਾ। ਜਿਹੜੀ ਤੁਹਾਨੂੰ ਸਮਝ ਦਿੱਤੀ ਹੈ ਨਾ ਰੱਬ ਨੇ, ਇਹ ਵੀ ਇੱਕ ਰੱਬ ਦੀ ਦਾਤ ਵਾ। ਅਤੇ ਇਹਦਾ ਹੰਕਾਰ ਨਹੀਂ ਕਰਨਾ। ਆਪਣੀ ਜਿਹੜੀ ਵਿਚਾਰ ਵਾ ਨਾ, ਜੇ ਤੁਹਾਨੂੰ ਕੋਈ ਰੱਬ ਨੇ ਚੰਗੀ ਸਮਝ ਦਿੱਤੀ ਆ, ਤੁਹਾਡੇ ਸਰੀਰ ਵਿੱਚ, ਤੁਹਾਡੇ ਦਿਮਾਗ ਦੇ ਅੰਦਰ ਕੋਈ ਚੰਗੀ ਸਮਝ ਦਿੱਤੀ ਪਰਮੇਸ਼ਰ ਨੇ, ਅਤੇ ਇਹ ਵੀ ਉਸ ਦੀ ਦਾਤ ਵਾ। ਇਸ ਦਾ ਹੰਕਾਰ ਨਹੀਂ ਕਰਨਾ। ਬਲ ਬੁੱਧ ਦਾ ਦਾਤਾ ਪਰਮੇਸ਼ਰ ਨੂੰ ਜਾਣਨਾ ਹੈ। ਪਰ ਮਨੁੱਖ ਨੂੰ ਗਿਆਨ ਵੀ ਕਈ ਵਾਰੀ ਹੰਕਾਰ, ਗਿਆਨ ਦੁਆਰਾ ਵੀ ਹੰਕਾਰ ਹੋ ਜਾਂਦਾ ਹੈ। ਵੱਡੇ ਵੱਡੇ ਹੰਕਾਰੀਆਂ, ਪਰ ਮਹਾਰਾਜ ਨੇ ਆਖਿਆ ਨਿਮਰਤਾ 'ਚ ਰਹਿਣਾ। ਜੇ ਗੁਰੂ ਪਰਮੇਸ਼ਰ ਗਿਆਨ ਦੀ ਦਾਤ ਬਖਸ਼ਿਸ਼ ਕਰੇ, ਇਸ ਚੀਜ਼ ਦਾ ਹੰਕਾਰ ਨਹੀਂ ਕਰਨਾ। ਜੇ ਹੋਂ ਜਾਣੇ ਭਗਤ ਗਿਆਨੀ, ਆਗੇ ਠਾਕਰ ਤਿਲ ਨਹੀਂ ਮਾਨੀ। ਜਿਸ ਗਿਆਨ ਵਿੱਚ ਹੋਂ ਹੋਵੇ ਵੀ ਮੈਂ ਕਰ ਰਿਹਾ, ਉਹਦੀ ਕੋਈ ਕੀਮਤ ਨਹੀਂ ਹੈ। ਜਿਹੜਾ ਕਵੇ ਕਿ ਪਰਮੇਸ਼ਰ ਜਿੱਦਾਂ ਕਰਾ ਰਿਹਾ, ਗੁਰੂ ਪਰਮੇਸ਼ਰ ਜਿੱਦਾਂ ਕਰਾ ਰਿਹਾ, ਉਸ ਤਰ੍ਹਾਂ ਹੋ ਰਹੀ ਆ, ਉਹ ਗਿਆਨ ਫਿਰ ਥਾਂ ਪੈਂਦਾ। ਉਸ ਗਿਆਨ ਦੇ ਵਿੱਚ ਹੰਕਾਰ ਨਹੀਂ ਹੁੰਦਾ। ਆਓ ਆਪਾਂ ਜਿਹੜੀ ਕਥਾ ਕਰ ਰਹੇ ਹਾਂ ਜਪਜੀ ਸਾਹਿਬ ਦੀ, ਉਹਦੇ ਵਿੱਚ ਕਿਸੇ ਤੁਕ ਲਈ ਹੋਏ, ਮੰਨੇ ਧਰਮ ਸੇਤੀ ਸੰਬੰਧ। ਧਰਮ ਕੀ ਹੁੰਦਾ ਹੈ? ਕੱਲ੍ਹ ਗੁਰੂ ਨਾਨਕ ਸਾਹਿਬ ਨੇ ਧਰਮੀ ਬੰਦੇ ਦੀਆਂ ਨਿਸ਼ਾਨੀਆਂ ਦੱਸੀਆਂ ਸੀ ਕਿ ਮੁਸਲਮਾਨ ਕਹਾਵਣ ਮੁਸ਼ਕਲ, ਅਵਲ ਔਲ ਦੀਨ ਕਰ ਮਿੱਠਾ। ਧਰਮ ਬੜਾ ਮਿੱਠਾ ਲੱਗੇ ਉਸ ਨੂੰ। ਸਾਨੂੰ ਕੀ ਮਿੱਠਾ ਲੱਗਦਾ ਹੈ? ਸੰਸਾਰ, ਪਰਿਵਾਰ, ਮਾਇਆ ਮਿੱਠੀ, ਪੰਡ ਉਚਾਈ। ਬਾਣੀ 'ਚ ਆਉਂਦਾ ਮਾਇਆ ਬੜੀ ਮਿੱਠੀ ਲੱਗਦੀ। ਪਰ ਨਹੀਂ, ਇਹ ਕਿਸੇ ਵਿਰਲੇ ਨੂੰ ਧਰਮ ਮਿੱਠਾ ਲੱਗਦਾ ਹੈ, ਕਬੀਰ ਸਾਹਿਬ ਵਰਗਿਆਂ ਨੂੰ। ਅਤੇ ਉਹਦੇ 'ਚ ਮਹਾਰਾਜ ਨੇ ਨਿਸ਼ਾਨੀਆਂ ਦੱਸੀਆਂ ਸੀ ਧਰਮੀ ਬੰਦੇ ਦੀਆਂ। ਅੱਜ ਕਬੀਰ ਸਾਹਿਬ ਦਾ ਹੀ ਇੱਕ ਸਲੋਕ ਲਿਖ ਕੇ ਅਤੇ ਧਰਮ ਦੀ ਵਿਆਖਿਆ ਕਰਨੀ ਆ। ਕਿਉਂਕਿ ਮਨੁੱਖ ਨੇ ਪਹਿਰਾਵੇ ਨੂੰ, ਬਾਹਰਲੀ ਅਡੰਬਰਾਂ ਨੂੰ ਹੀ ਧਰਮ ਮੰਨਿਆ ਹੋਇਆ ਵਾ। ਅਤੇ ਜਿਹੜਾ ਜਪਜੀ ਸਾਹਿਬ ਬਚਨ ਆਉਂਦਾ, ਧੌਲ ਧਰਮ ਦਇਆ ਕਾ ਪੂਤ। ਧਰਮ ਵਾਸਤੇ ਪਹਿਲਾਂ ਮਾਂ ਚਾਹੀਦੀ, ਮਾਂ ਵਿੱਚੋਂ ਪੁੱਤ ਨੇ ਜੰਮਣਾ। ਦਇਆ ਚਾਹੀਦੀ ਹੈ। ਦਇਆ ਵਾਸਤੇ ਸਿਮਰਨ ਕਰਨਾ ਪੈਣਾ। ਜਦੋਂ ਕੋਈ ਸਿਮਰਨ ਕਰੇਗਾ, ਸੇਵਾ ਕਰੇਗਾ, ਉਹਦੇ ਅੰਦਰ ਦਇਆ ਆਏਗੀ, ਅਤੇ ਉਸ ਦਇਆ ਦੇ ਵਿੱਚੋਂ ਰੱਬੀ ਅਸੂਲਾਂ ਦਾ ਜਨਮ ਹੋਏਗਾ। ਉਸ ਨੂੰ ਧਰਮ ਕਹਿੰਦੇ ਨੇ। ਕਬੀਰ ਸਾਹਿਬ ਨੇ ਕਿਹਾ, ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ।
ਤੂੰ ਗ੍ਰਸਤੀ ਆ ਅਤੇ ਗ੍ਰਸਤੀ ਦਾ ਧਰਮ ਹੁੰਦਾ ਹੈ। ਜਿੱਦਾਂ ਕਈ ਕਹਿੰਦੇ ਆ ਨਾ ਗਿਆਨੀ ਵੀ ਗੁਰੂ ਨਾਨਕ ਸਾਹਿਬ ਨੇ ਜਿਹੜਾ ਧਰਮ ਚਲਾਇਆ ਇਹ ਗ੍ਰਸਤ ਧਰਮ ਆ। ਹੈ ਤੇ ਗ੍ਰਸਤ ਧਰਮ ਸੀ, ਪਰ ਧਰਮ ਵਿੱਚੋਂ ਮੁੱਕਦਿਆਂ ਤੇ ਗ੍ਰਸਤੀ ਰਹਿ ਗਈ। ਅਤੇ ਗ੍ਰਸਤ ਦਾ ਮਤਲਬ ਹੁੰਦਾ ਫੜ ਲੈਣਾ, ਫੜਿਆ ਗਿਆ, ਫਸ ਗਿਆ ਜਿਹੜਾ, ਉਹਨੂੰ ਗ੍ਰਸਤੀ ਕਹਿੰਦੇ ਨਹੀਂ। ਫਸ ਗਿਆ ਜਿਹੜਾ, ਗ੍ਰਸਤ ਹੋ ਗਿਆ, ਫਸ ਗਿਆ। ਕਬੀਰ ਸਾਹਿਬ ਕਹਿੰਦੇ ਕਬੀਰ ਜੋ ਗ੍ਰਹਿ ਕਰੇ, ਤੂੰ ਗ੍ਰਸਤੀ ਆ, ਗ੍ਰਹਿ ਵਿੱਚ ਰਹਿੰਦਾ ਹੈ, ਘਰ ਵਿੱਚ ਰਹਿੰਦਾ ਹੈ, ਤੋ ਧਰਮ ਕਰ। ਫਿਰ ਤੂੰ ਧਰਮ ਨੂੰ ਜ਼ਰੂਰ ਅਪਣਾ, ਕਿਉਂਕਿ ਧਰਮ ਤੋਂ ਬਿਨਾਂ ਤੇਰੀ ਜ਼ਿੰਦਗੀ ਵਿੱਚ ਸੁੱਖ ਨਹੀਂ ਆਉਣਾ। ਤੂੰ ਕਲਪਦਾ ਰਹੇਗਾ, ਤੜਫਦਾ ਰਹੇਗਾ, ਮਰਦਾ ਰਹੇਗਾ, ਧਰਮ ਤੋਂ ਬਿਨਾਂ ਤੇਰੀ ਗ੍ਰਸਤ ਦੇ ਵਿੱਚ ਕੋਈ ਆਨੰਦ ਨਹੀਂ ਆਉਣਾ। ਪਰਿਵਾਰ ਵਿੱਚ ਤੂੰ ਸੁਖੀ ਨਹੀਂ ਵਸ ਸਕਣਾ। ਅਤੇ ਧਰਮ ਕੀ ਹੁੰਦਾ ਹੈ? ਗ੍ਰਸਤੀ ਬੰਦੇ ਦਾ ਧਰਮ ਕੀ ਆ? ਗੁਰੂ ਨਾਨਕ ਸਾਹਿਬ ਨੇ ਇਹਦੀ ਵਿਆਖਿਆ ਕੀਤੀ ਆ। ਗਿਰਹੀ ਕਾ ਸਤ ਦਾਨ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਗ੍ਰਸਤੀ ਬੰਦੇ ਨੂੰ ਦੋ ਗੱਲਾਂ ਕਰਨੀਆਂ ਚਾਹੀਦੀਆਂ। ਗਿਰਹੀ ਕਾ, ਗ੍ਰਸਤੀ ਬੰਦੇ ਦਾ, ਸਤ ਦਾਨ। ਸਤ ਮਨੇ ਉੱਚਾ ਆਚਰਣ। ਇਹ ਨਹੀਂ ਹੈ ਕਿ ਉਹ ਵਿਸ਼ੇ ਭੋਗਾਂ ਵਿੱਚ ਹੀ ਖਤਮ ਹੋ ਜਾਵੇ। ਨਹੀਂ, ਉਹਨੂੰ ਆਪਣੇ ਜੀਵਨ ਨੂੰ ਉੱਚਾ ਸੁੱਚਾ ਬਣਾ ਕੇ ਰੱਖਣਾ ਪੈਣਾ, ਤਾਂ ਉਹਦਾ ਪਾਰ ਉਤਾਰ ਹੋਣਾ। ਅਤੇ ਦੂਸਰਾ ਗਿਰਹੀ ਕਾ ਸਤ ਦਾਨ, ਦੂਸਰਾ ਦਾਨ। ਜਿਹੜੀ ਆਪਣੀ ਕਿਰਤ ਬਿਰਤ ਕਰਨੀ ਹੈ ਉਹਦੇ ਵਿੱਚੋਂ ਦਸਵੰਧ ਜ਼ਰੂਰ ਕੱਢਣਾ ਹੈ। ਉਹ ਕਿਸ ਵਾਸਤੇ ਕੱਢਣਾ ਹੈ? ਉਹ ਲੋੜਵੰਦਾਂ ਵਾਸਤੇ ਕੱਢਣਾ ਹੈ। ਉਹ ਧਰਮ ਸਥਾਨਾਂ ਨੂੰ ਚਲਾਉਣ ਵਾਸਤੇ, ਧਰਮ ਨੂੰ ਚਲਾਉਣ ਵਾਸਤੇ ਦਸਵੰਧ ਤੋਰਿਆ ਗੁਰੂ ਸਾਹਿਬ ਜੀ ਨੇ। ਜਿੱਦਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਸੋ ਗਿਰਹੀ, ਮਾਫ ਕਰਨਾ ਇਹ ਵੀ ਗੁਰੂ ਨਾਨਕ ਸਾਹਿਬ ਦਾ ਹੀ ਸਲੋਕ ਵਾ। ਸੋ ਗਿਰਹੀ, ਗ੍ਰਸਤੀ ਕਿਸ ਨੂੰ ਕਹਿੰਦੇ ਨੇ? ਇਹ ਥੋੜ੍ਹਾ ਵੀ ਵੱਡਾ ਹੋਇਆ, ਵਿਆਹਿਆ, ਘਰ ਲੈ ਆਇਆ, ਮਾਸ ਕਿ ਚੁਣ ਮਿਣ ਕੇ ਕੋਈ ਵਧੀਆ ਜੀ ਲੜਕੀ ਨਾਲ ਵਿਆਹ ਕਰਾ ਲਿਆ ਅਤੇ ਕਹਿ ਲਿਆ ਮੈਂ ਗ੍ਰਸਤੀ ਹੋ ਗਿਆ। ਇਸ ਤਰ੍ਹਾਂ ਥੋੜ੍ਹਾ ਕੋਈ ਗ੍ਰਸਤੀ ਹੋ ਗਿਆ। ਗ੍ਰਸਤੀ ਕਿਸ ਨੂੰ ਕਹਿੰਦੇ ਨੇ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੋ ਗਿਰਹੀ। ਉਹ ਬੰਦਾ ਗ੍ਰਸਤੀ ਆ। ਕੌਣ? ਜੋ ਨਿਗਰੋ ਕਰੈ। ਨਿਗਰੋ, ਆਪਣੀਆਂ ਇੰਦਰੀਆਂ ਨੂੰ ਰੋਕੇ। ਇਹ ਥੋੜ੍ਹਾ ਵੀ ਜੇ ਕੋਈ ਹੁਣ ਗ੍ਰਸਤੀ ਬੰਦਾ ਤਾਂ ਉਹਨੂੰ ਖੁੱਲ੍ਹੀ ਛੁੱਟੀ ਆ ਕਿ ਉਹ 9 ਇੰਦਰੀਆਂ ਦੇ ਰਸਾਂ ਵਿੱਚ ਹੀ ਲਿਪਤ ਰਵੇ। ਸੋ ਗਿਰਹੀ ਜੋ ਨਿਗਰੋ ਕਰੇ। ਗੁਰੂ ਨਾਨਕ ਸੰਗ ਦੇ ਮੈਂ ਉਸ ਨੂੰ ਗਿਰਹੀ ਮੰਨਦਾ ਹੈ, ਗ੍ਰਸਤੀ ਮੰਨਦਾ, ਜੋ ਆਪਣੇ ਇੰਦਰੀਆਂ 'ਤੇ ਕੰਟਰੋਲ ਕਰਦਾ ਹੈ। ਸਾਧੂ ਦੇ ਆਪਣੇ ਲੱਛਣ ਨੇ, ਗ੍ਰਸਤੀ ਦੇ ਆਪਣੇ ਲੱਛਣ ਨੇ। ਅਤੇ ਗ੍ਰਸਤੀ ਨੂੰ ਧਰਮੀ ਹੋਣਾ ਬੜਾ ਜ਼ਰੂਰੀ ਆ। ਅਗਰ ਉਹ ਧਰਮੀ ਨਹੀਂ ਆ, ਇਕੱਲਾ ਗ੍ਰਸਤੀ ਆ, ਅਤੇ ਇਹ ਨਰਕ ਤੋਂ ਬਿਨਾਂ ਜ਼ਿੰਦਗੀ ਵਿੱਚ ਹੋਰ ਕੱਖ ਵੀ ਨਹੀਂ ਹੈ। ਸਾਡੇ ਗਿਆਨੀ ਵੀ ਬੜਾ ਰੌਲਾ ਪਾਉਂਦੇ ਨੇ ਵੀ ਗੁਰੂ ਨਾਨਕ ਸਾਹਿਬ ਦਾ ਗ੍ਰਸਤ ਧਰਮ ਚਲਾਇਆ। ਉਹ ਗ੍ਰਸਤ ਰਹਿ ਗਿਆ, ਧਰਮ ਤਾਂ ਵਿੱਚੋਂ ਮੁੱਕ ਗਿਆ। ਧਰਮ ਕਹਿੰਦੇ ਨੇ ਕਿਸੇ ਦੇ ਮਹਾਂਪੁਰਖਾਂ ਦੇ ਬਚਨਾਂ ਨੂੰ ਪਾਲਣਾ, ਉਹਨਾਂ ਉੱਤੇ ਚੱਲਣਾ, ਉਹਨੂੰ ਕਹਿੰਦੇ ਬੰਦਾ ਧਰਮੀ ਆ। ਸਾਹਿਬ ਕਹਿੰਦੇ ਸੋ ਗਿਰਹੀ ਜੋ ਨਿਗਰੋ ਕਰੇ। ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ। ਤੂੰ ਗ੍ਰਸਤੀ ਆ ਅਤੇ ਤੈਨੂੰ ਧਰਮ ਬੜਾ ਜ਼ਰੂਰੀ ਆ। ਜੇ ਤੂੰ ਗ੍ਰਸਤ ਵਿੱਚ ਰਹਿ ਕੇ ਤੂੰ ਧਰਮ ਨਹੀਂ ਨਾ ਕਮਾ ਸਕਦਾ। ਕਬੀਰ ਸਾਹਿਬ ਕਹਿੰਦੇ ਛੱਡ ਦੇ, ਫਿਰ ਗ੍ਰਸਤ ਛੱਡ ਦੇ,
ਤਿਆਗੀ ਬਣ ਜਾ। ਹੁਣ ਇੱਥੇ ਸਾਡੇ ਗਿਆਨੀ ਵੀ ਕਹਿੰਦੇ ਨੇ ਤਿਆਗ ਦਾ ਮਾਰਗ ਗੁਰੂ ਨਾਨਕ ਦਾ ਮਾਰਗ ਨਹੀਂ ਹੈ। ਇਹ ਅੱਜ ਦੇ ਲੋਭੀ ਵਿਕਾਰੀ ਕੁਟੰਬ ਵਿੱਚ ਫਸਿਆ ਨੇ ਧਰਮ ਦੀ ਵਿਆਖਿਆ ਕੀਤੀ ਹੋਈ ਹੈ। ਇਹ ਤਿਆਗ ਦਾ ਮਾਰਗ ਗੁਰੂ ਨਾਨਕ ਦਾ ਮਾਰਗ ਨਹੀਂ ਹੈ। ਅਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰ ਨੂੰ ਤਿਆਗੀ ਬਣਾਇਆ ਹੋਇਆ ਵਾ, ਤੁਸੀਂ ਕਹਿੰਦੇ ਤਿਆਗੀ ਦਾ ਮਾਰਗ ਨਹੀਂ ਆ। ਅਤੇ ਜਿੰਨਾ ਧਰਮ ਦਾ ਪ੍ਰਚਾਰਕ ਬਾਬਾ ਸ਼੍ਰੀ ਚੰਦ ਨੇ ਕੀਤਾ, ਤਿਆਗੀ ਨੇ ਕੀਤਾ, ਕੋਈ ਕਰ ਸਕਦਾ ਹੈ? ਗ੍ਰਸਤੀ ਕੀ ਕਰ ਸਕਦਾ? ਬੱਚੇ ਪਾਲ ਸਕਦਾ, ਪੈਸਾ ਇਕੱਠਾ ਕਰ ਲੂ, ਕੋਠੀਆਂ 2 ਬਣਾ ਲੂ, ਹੋਰ ਕੀ ਕਰੂਗਾ? ਜੋ ਸਾਧੂ ਨੇ ਕਰਨਾ ਉਹ ਸਾਧੂ ਹੀ ਕਰ ਸਕਦਾ, ਗ੍ਰਸਤੀ ਬੰਦਾ ਉਹ ਕੰਮ ਨਹੀਂ ਕਰ ਸਕਦਾ ਜੋ ਸਾਧੂ ਕਰ ਸਕਦਾ। ਬਾਬਾ ਅਤਰ ਸਿੰਘ ਦੀ ਰੀਸ ਕਿਸੇ ਗ੍ਰਸਤੀ ਬੰਦੇ ਨੇ ਕਰ ਲੈਣੀ ਹੈ? ਸਾਡੀ ਕੌਮ 'ਚ ਜਿੰਨੇ ਵੀ ਮਹਾਂਪੁਰਖ ਹੋਏ ਨੇ ਸਾਰੇ ਤਿਆਗੀ ਹੋਏ ਨੇ। ਬਾਬਾ ਅਤਰ ਸਿੰਘ ਜੀ ਮਸਤੂਆਣ ਵਾਲੇ, ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਪਾਤਸ਼ਾਹੀ 10ਵੀਂ ਲੁਧਿਆਣੇ ਲਾਗੇ, ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਤਿਆਗੀ ਨੇ, ਬਾਬਾ ਸੀਸਾ ਸਿੰਘ ਜੀ ਤਿਆਗੀ ਨੇ, ਸਾਰੇ ਤਿਆਗੀ ਨੇ। ਜੋ ਤਿਆਗੀ ਬੰਦਾ ਕਰ ਸਕਦਾ ਉਹ ਗ੍ਰਸਤੀ ਕਿਵੇਂ ਕਰ ਲਊਗਾ? ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਤਿਆਗੀ ਨੇ। ਬਾਬਾ ਆਨੰਦ ਸਿੰਘ ਜੀ ਨੇ ਸੰਸਾਰ ਨੂੰ ਤਿਆਗ ਕੇ ਫਿਰ ਧਰਮ ਦੇ ਰਾਹ 'ਤੇ ਚੱਲਦੇ ਆ ਕਿੰਨੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ। ਕੋਈ ਗ੍ਰਸਤੀ ਬੰਦੇ ਦਾ ਨਾਂ ਨਹੀਂ ਆਉਂਦਾ। ਇਹ ਜਿਹੜਾ ਮਹਾਂਪੁਰਖਾਂ ਨੇ ਕੀਤਾ ਉਹ ਗ੍ਰਸਤੀ ਨਹੀਂ ਕਰ ਸਕਦੇ। ਜਿਹੜੇ 10ਵੇਂ ਪਾਤਸ਼ਾਹ ਨੇ 5 ਪਿਆਰੇ ਚੁਣੇ, ਉਹ ਪੰਜੇ ਹੀ ਸਾਧ ਆਪਣੇ ਤਿਆਗੀ ਸਨ। ਉਹਨਾਂ 'ਚ ਕੋਈ ਵੀ ਗ੍ਰਸਤੀ ਨਹੀਂ ਸੀ, ਕੋਈ ਘਰ-ਬਾਰੀ ਨਹੀਂ ਸੀ। ਪਰ ਸਾਡੇ ਤਾਂ ਇੱਥੇ ਗਿਆਨੀਆਂ ਨੇ ਬਹੁਤ ਵੱਡੀ ਵਿਆਖਿਆ ਕਰ ਦਿੱਤੀ, ਨਿੰਦਾ ਕਰ ਦਿੱਤੀ ਤਿਆਗ ਦੀ। ਨਹੀਂ ਜੀ ਨਹੀਂ, ਤਿਆਗ ਦਾ ਮਾਰਗ ਗੁਰੂ ਨਾਨਕ ਦਾ ਮਾਰਗ ਨਹੀਂ ਹੈ। ਉਹ ਜੇ ਤੁਸੀਂ ਸਾਰੀ ਜ਼ਿੰਦਗੀ ਧਰਮ ਨੂੰ ਤਿਆਗ ਕੇ ਪੈਸਾ ਇਕੱਠਾ ਕਰਨ 'ਤੇ ਲਾ ਸਕਦੇ ਹੋ, ਅਤੇ ਜੇ ਕੋਈ ਸਾਧੂ ਮਹਾਤਮਾ ਇਸ ਸੰਸਾਰ ਦਾ ਤਿਆਗ ਕਰਕੇ ਸਾਰੀ ਜ਼ਿੰਦਗੀ ਧਰਮ ਕਮਾਉਣ 'ਚ, ਨਾਮ ਕਮਾਉਣ 'ਚ ਲਾਤੀ, ਅਤੇ ਇਹਦੇ 'ਚ ਕੀ ਮਾੜਾ ਹੋ ਗਿਆ ਹੈ? ਕਿਉਂ ਨਿੰਦਾ ਕੀਤੀ ਗਈ ਹੈ ਸਾਧੂਆਂ ਦੀ? ਜਦੋਂ ਸਾਧੂਆਂ ਦੀ ਨਿੰਦਾ ਕਰਦੀ, ਅਤੇ ਹੁਣ ਆ ਸਵੇਰੇ ਵੇਖਿਓ 5-6 ਚੈਨਲਾਂ ਤੋਂ ਕਥਾ ਆਉਂਦੀ ਹੁੰਦੀ ਆ। ਮੰਜੀ ਹਾਲ, ਬੰਗਲਾ ਸਾਹਿਬ, ਪਟਨਾ ਸਾਹਿਬ, ਹਜ਼ੂਰ ਸਾਹਿਬ, ਅਤੇ ਸਾਰੇ ਅਣਜਾਣ ਵਿਅਕਤੀ ਕਥਾ ਕਰਨ ਦੇ ਹੁੰਦੇ ਨੇ। ਕਿਸੇ ਦਾ ਕੋਈ ਅਭਿਆਸ ਨਹੀਂ ਗਾ, ਕੋਈ ਸੁਰਤ ਸ਼ਬਦ ਜੁੜੇ ਹੋਏ ਨਹੀਂ ਹੈ। ਐਵੇਂ ਸਿਫਾਰਸ਼ੀ ਨੌਜਵਾਨ ਮੁੰਡਿਆਂ ਨੂੰ ਸਵੇਰੇ ਬਿਠਾਇਆ ਹੁੰਦਾ ਹੈ, ਕਥਾ ਪਏ ਕਰਦੇ ਨੇ। ਕੋਈ ਰਸ ਨਹੀਂ ਇਹਨਾਂ ਦੇ ਕਥਾ ਵਿੱਚ। ਬੰਤਾ ਸਿੰਘ ਦੀ ਉਮਰ ਦੇ ਸਾਰੇ ਬੰਦੇ ਮੁੰਡੇ ਸਵੇਰੇ ਬੈਠੇ ਹੁੰਦੇ ਨੇ। ਕੋਈ ਇਹਨਾਂ ਦਾ ਕੋਈ ਤਜਰਬਾ ਹੈ? ਇਹਨਾਂ ਕੋਲ ਹੈ ਕੋਈ ਅਭਿਆਸ ਕੀਤਾ? ਕੋਈ ਕੱਖ ਵੀ ਨਹੀਂ ਇਹਨਾਂ ਦਾ। ਅੱਖਰ 4-4 ਪੜ੍ਹ ਕੇ ਸਟੇਜਾਂ 'ਤੇ ਬਹਿ ਗਏ ਨੇ। ਇੱਦਾਂ ਕੀ ਹੋਣਾ ਹੈ? ਇਹੋ ਜਿਹੀ ਕਥਾ ਨਾਲ ਕੀ ਹੋਣਾ ਹੈ? ਕੋਈ ਪਰਿਵਰਤਨ ਨਹੀਂ ਹੋਣਾ। ਬਾਬਾ ਅਤਰ ਸਿੰਘ ਵੇਲੇ ਵੀ ਇੱਦਾਂ ਦੇ ਵਿਅਕਤੀ ਸਨ ਜਿਹੜੇ ਕਥਾ ਕਰਦੇ ਸੀ, ਅਤੇ ਬੰਬੇ ਸ਼ਹਿਰ ਦੇ ਵਿੱਚ 15 ਦਿਨ ਦਾ ਪ੍ਰੋਗਰਾਮ ਰੱਖਿਆ, ਅਤੇ ਰਾਗੀ ਢਾਡੀ ਬੜੇ ਬੋਲਦੇ ਰਹੇ, ਅੰਮ੍ਰਿਤ ਸੰਚਾਰ ਹੋਣਾ, ਨਾਂ ਲਿਖਾਓ, ਨਾਂ ਲਿਖਾਓ। ਕਿਸੇ ਨੇ ਨਾ ਲਿਖਾਇਆ। ਆਖੀ ਇੱਕ ਦਿਨ ਬਾਬਾ ਅਤਰ ਸਿੰਘ ਜੀ ਸਟੇਜ 'ਤੇ ਆਏ। ਹੁਣ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਉਹਨਾਂ ਦਾ ਬੋਲ 'ਚ ਵੇਖਿਓ ਕਿੰਨਾ ਅਸਰ ਹੁੰਦਾ ਹੈ। ਇੱਕ ਕਮਾਈ ਵਾਲੇ ਨੇ ਆਖਿਆ, ਸਾਧ ਸੰਗਤ ਜੀ, ਜਿਨ੍ਹਾਂ ਨੇ ਕਲਗੀਧਰ ਦੀ ਬਖਸ਼ਿਸ਼ ਲੈਣੀ ਆ, ਉਹ ਗੁਰੂ ਕਾ ਅੰਮ੍ਰਿਤ ਜ਼ਰੂਰ ਛਕੋ। ਅਤੇ ਲੈਣ ਲੱਗ ਗਈ ਨਾਂ ਲਿਖਾਉਣ ਵਾਲਿਆਂ ਦੀ। ਇਹ ਹੁੰਦਾ ਸਾਧੂਆਂ ਮਹਾਤਮਾ ਦੀ ਕਮਾਈ ਦਾ ਅਸਰ। ਇੱਥੇ ਗਲੇ ਪਾੜ ਕੇ ਕਹਿਣਗੇ, ਕੋਈ ਨਹੀਂ ਆਖੇ ਲੱਗਦਾ, ਕੋਈ ਨਹੀਂ ਮੰਨਦਾ। ਅੱਜ ਤੱਕ ਸਾਡੀ ਕੌਮ 'ਚ ਉਹੀ ਮਹਾਨ ਬਣ ਸਕਿਆ ਜਿਹੜਾ ਤਿਆਗੀ ਹੋਇਆ। ਬਾਬਾ ਦੀਪ ਸਿੰਘ ਮਹਾਨ ਨੇ, ਤਿਆਗੀ ਨੇ। ਹਾਂ, ਕਿਤੇ ਹੋ ਗਿਆ ਕੋਈ ਇੱਕ ਅੱਧਾ ਕੋਈ ਗ੍ਰਸਤੀ ਵੀ ਨਾਮ ਨਾਲ ਖੱਟ ਗਿਆ ਹੋਊਗਾ, ਵੈਸੇ ਨਾਮ ਨਾਲ ਸਿੱਖੀ ਵਿੱਚ ਤਿਆਗੀਆਂ ਨਹੀਂ ਖੱਟਿਆ ਹੈ। ਸਾਡੀ ਕੌਮ ਦੇ ਸਭ ਤੋਂ ਵੱਡੇ ਲਿਖਾਰੀ, ਜਿਹਨੂੰ ਗੁਰੂ ਘਰ ਦੇ ਵੇਦ ਵਿਆਸ ਕਿਹਾ ਜਾਂਦਾ ਹੈ, ਭਾਈ ਗੁਰਦਾਸ ਜੀ ਤਿਆਗੀ ਨੇ। ਕੋਈ ਸੰਸਾਰ ਨਹੀਂ ਹੈ, ਕੋਈ ਪਰਿਵਾਰ ਨਹੀਂ ਆ, ਤਿਆਗੀ ਨੇ। ਸਾਡੀ ਕੌਮ ਦੇ ਸਭ ਤੋਂ ਵੱਡੇ ਜਰਨੈਲ ਬਾਬਾ ਦੀਪ ਸਿੰਘ ਤਿਆਗੀ ਨੇ। ਕੋਈ ਪਰਿਵਾਰ ਨਹੀਂ ਹੈ, ਕੋਈ ਸੰਸਾਰ ਨਹੀਂ ਹੈ।
ਪਰ ਇਹਨਾਂ ਨੇ ਪ੍ਰਚਾਰ, ਇਹ ਜਿਹੜੇ ਹੁਣ ਗ੍ਰਸਤੀ ਬੰਦੇ ਕਥਾ ਪਏ ਕਰਦੇ ਨੇ ਪੈਸਿਆਂ ਦੀ ਖਾਤਰ, ਇਹਨਾਂ ਨੇ ਨਿੰਦਾ ਕਰ ਦਿੱਤੀ ਤਿਆਗ ਦੀ, ਅਤੇ ਬਾਣੀ ਦੀਆਂ ਕੁਝ ਤੁਕਾਂ ਲੈ ਲਈਆਂ। ਅਤੇ ਕਬੀਰ ਸਾਹਿਬ ਦੀ ਇਸ ਤੁਕ ਦੀ ਕੀ ਵਿਆਖਿਆ ਕਰੋਗੇ ਤੁਸੀਂ? ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ। ਤੂੰ ਗ੍ਰਸਤੀ ਆ, ਧਰਮ ਦੇ ਅਸੂਲਾਂ 'ਤੇ ਚੱਲ, ਜਿੰਨੀ ਕਮਾਈ ਕਰਦਾ ਉਹਦਾ 10ਵਾਂ ਹਿੱਸਾ ਦੇ ਗਰੀਬਾਂ ਨੂੰ, ਲੋੜਵੰਦਾਂ ਨੂੰ। ਅੰਮ੍ਰਿਤ ਵੇਲੇ ਉੱਠਿਆ ਕਰ, ਇਸ਼ਨਾਨ ਕਰਕੇ ਧਰਮਸ਼ਾਲਾ 'ਚ ਸਿਮਰਨ ਕਰਿਆ ਕਰ, ਬੈਠਿਆ ਕਰ, ਸ਼ਾਮੀ ਵੀ ਆਣ ਕੇ ਵਿਆਹ ਕਰ। ਤੂੰ ਗ੍ਰਸਤੀ ਆ। ਇਹ ਜੀ ਔਖਾ ਵਾ ਜੀ। ਜੇ ਔਖਾ ਤਾਂ ਕਬੀਰ ਸਾਹਿਬ ਕਹਿੰਦੇ ਫਿਰ ਇਹਦਾ ਤਿਆਗ ਕਰਦੇ, ਸੰਸਾਰ ਦਾ, ਪਰਿਵਾਰ ਛੱਡ ਦੇ। ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ। ਬੈਰਾਗੀ ਹੋ ਜਾ ਤੂੰ, ਤਿਆਗ ਕਰ ਇਸ ਦਾ, ਸੰਸਾਰ ਦਾ। ਪਰ ਨਹੀਂ, ਇਹਦੀ ਹੁਣ ਵਿਆਖਿਆ ਜਦੋਂ ਇਹ ਬੈਰਾਗੀ ਦੀ ਕਰਨਗੇ, ਆਪਣੇ 'ਤੇ ਨਹੀਂ ਲਾਉਣਗੇ, ਦੂਜਿਆਂ ਦੀ ਵਿਆਖਿਆ ਕਰ ਦੇਣਗੇ। ਨਹੀਂ, ਆ ਜਿੰਨੇ ਵੀ ਸਾਡੇ ਸੰਤ ਮਹਾਤਮਾ, ਮਹਾਂਪੁਰਖ, ਸੇਵਾ ਪੰਥੀ, ਅੱਡਣ ਸ਼ਾਹੀਏ, ਕਰੀਬ ਕੋਈ 100-150 ਮਹਾਤਮਾ ਦਾ ਜੀਵਨ ਮਿਲਦਾ ਪੜ੍ਹਨ ਨੂੰ। ਸਾਰੇ ਹੀ ਤਿਆਗੀ ਨੇ, ਕਿਸੇ ਗ੍ਰਸਤੀ ਦਾ ਨਹੀਂ ਮਿਲਦਾ ਜੀਵਨ। ਗ੍ਰਸਤ ਤੇ ਆਪਣੀ ਲੋੜਾਂ ਦਾ ਮਾਰਿਆ ਹੀ ਮਰ ਜਾਂਦਾ, ਅਤੇ ਉਹਨੇ ਕੀ ਕਰਨਾ ਹੁੰਦਾ ਹੈ? ਕੋਈ ਸਾਧੂ ਹੀ ਬੰਦਗੀ ਕਰ ਸਕਦਾ ਹੈ, ਕੋਈ ਸਾਧੂ ਹੀ ਸਾਧਨਾ ਕਰ ਸਕਦਾ ਹੈ। ਸੰਸਾਰੀ ਬੰਦੇ ਨੇ ਕੀ ਕਰਨਾ ਹੁੰਦਾ ਹੈ? ਕਦੀ ਕੋਈ ਜੰਮ ਪਿਆ ਅਤੇ ਕਦੀ ਕੋਈ ਮਰ ਗਿਆ, ਅਤੇ ਕਦੀ ਕੁਝ ਅਤੇ ਕਦੀ ਕੁਝ, ਕਦੀ ਚੋਣਾਂ ਆ ਗਈਆਂ ਅਤੇ ਕਦੀ ਹਾਰ ਗਏ ਅਤੇ ਕਦੀ ਜਿੱਤ ਗਏ। ਇਹ ਤਾਂ ਭਗਤ ਕਰੇ ਮਰ ਜੀਵੜੇ। ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਿਆ ਉਹ ਭਗਤੀ ਕਰ ਸਕਦਾ, ਕਿ ਦੁਨੀਆਦਾਰ ਵੀ ਭਗਤੀ ਕਰ ਸਕਦਾ? ਐਵੇਂ ਟੱਕਰਾਂ ਪਏ ਮਾਰਨ ਦਾ, ਇਹਨੇ ਮਾਰੀ ਜਾਓ, ਕੁਛ ਵੀ ਨਹੀਂ ਹੋਣਾ ਇਸ ਤਰ੍ਹਾਂ। ਜਿੰਨਾ ਚਿਰ ਤਿਆਗ ਨਹੀਂ ਨਾ ਕੀਤਾ ਜਾਂਦਾ, ਉਹਨਾਂ ਚਿਰ ਸਿਮਰਨ ਨੂੰ ਫਲ ਨਹੀਂ ਲੱਗਦਾ। ਗੁਰੂ ਤੇਗ ਬਹਾਦਰ ਨੇ ਨਹੀਂ ਕਿਹਾ, ਜੈ ਮਾਇਆ ਮਮਤਾ ਤਜੀ ਸਭ ਤੇ ਪਇਓ ਉਦਾਸ, ਕਹੋ ਨਾਨਕ ਸੁੰਦਰੇ ਮਨਾ ਤੇ ਨਰ ਮਾਥੇ ਭਾਗ। ਮਾਇਆ ਮਮਤਾ ਤਜੀ ਸਭ ਤੇ ਪਇਓ ਉਦਾਸ। ਮਾਇਆ ਛੱਡੀ, ਮਮਤਾ। ਕਈ ਸਾਧੂ ਮਾਇਆ ਤੇ ਛੱਡ ਦਿੰਦੇ ਨੇ, ਘਰ ਦੀ ਮਮਤਾ ਨਹੀਂ ਛੁੱਟਦੀ, ਅਤੇ ਮਮਤਾ ਕਾਰਨ ਫਿਰ ਅੰਦਰ ਕੋਈ ਨਾ ਕੋਈ ਰੋਗ ਲੱਗ ਜਾਂਦਾ ਹੈ। ਕਹਾਣ ਲਾਭ ਤਾਂ ਹੋ ਹੀ ਜਾਣਾ ਪਰਿਵਾਰ ਦੇ ਵਿੱਚ, ਉਹਦਾ ਫਿਰ ਰੋਗ ਲੱਗ ਜਾਣਾ। ਮਾਇਆ ਮਮਤਾ ਤਜੀ ਸਭ ਤੇ ਪਇਓ ਉਦਾਸ। ਉਦਾਸੀ ਬਣ ਗਿਆ, ਸਭ ਤੋਂ ਪਰਾਂ ਉਪਰਾਮ ਹੋ ਗਿਆ। ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਭਾਗ। ਗੁਰੂ ਤੇਗ ਬਹਾਦਰ ਨੂੰ ਕੋਈ ਆਖੇ ਗ੍ਰਸਤ ਧਰਮ ਪ੍ਰਧਾਨ ਹੁੰਦਾ, ਉਹ ਕਦੀ ਵੀ ਨਹੀਂ ਮੰਨਣਗੇ। ਗੁਰੂ ਤੇਗ ਬਹਾਦਰ ਤਾਂ ਤਿਆਗ ਨੂੰ ਅਹਿਮੀਅਤ ਦਿੰਦੇ ਨੇ। ਅਤੇ ਜੇ ਕੋਈ ਸੰਸਾਰ ਦਾ ਤਿਆਗ ਕਰਕੇ ਕੋਈ ਧਰਮ ਕਮਾ ਰਿਹਾ, ਕੋਈ ਜਪ ਤਪ ਕਮਾ ਰਿਹਾ, ਅਤੇ ਇਹਦੇ 'ਚ ਪਾਪ ਗੁਨਾਹ ਵਾਲੀ ਕੀ ਗੱਲ ਆ? ਅਤੇ ਇੱਕ ਬੰਦਾ ਸੰਸਾਰ ਵਿੱਚ ਲਿਪਤ ਹੋ ਕੇ, ਨਸ਼ਿਆਂ ਵਿੱਚ ਲਿਪਤ ਹੋ ਕੇ ਜ਼ਿੰਦਗੀ ਬਰਬਾਦ ਕਰਨ ਦਿਆ, ਉਹਦੇ ਪੱਖ 'ਚ ਬੋਲਦੇ ਨੇ, ਤਿਆਗੀਆਂ ਦੀ ਨਿੰਦਾ ਕਰਦੇ ਨੇ। ਨਹੀਂ। ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ। ਧਰਮ ਕੀ ਹੁੰਦਾ ਹੈ? ਮੰਨੇ ਧਰਮ ਸੇਤੀ ਸੰਬੰਧ। ਅਤੇ ਗੁਰੂ ਨਾਨਕ ਸਿੰਘ ਦੇ ਸੋ ਗਿਰਹੀ ਜੋ ਨਿਗਰੋ ਕਰੇ, ਜਪ ਤਪ ਸੰਜਮ। ਹੁਣ ਗ੍ਰਸਤੀ ਨੂੰ ਹਦਾਇਤ ਆ, ਉਹ ਜਪ ਕਰੇ, ਉਹ ਤਪ ਕਰੇ। ਅਤੇ ਸਾਡੇ ਗਿਆਨੀ ਕਹਿੰਦੇ ਸਿੱਖੀ ਵਿੱਚ ਤਪ ਹੀ ਕੋਈ ਨਹੀਂ ਆ, ਸਿੱਖੀ ਵਿੱਚ ਤਿਆਗ ਹੀ ਕੋਈ ਨਹੀਂ ਆ ਕਹਿੰਦੇ। ਤਾਈਓ ਤਾਂ ਅਧਿਆਤਮਵਾਦ ਦਾ ਬੇੜਾ ਗਰਕ ਹੋ ਗਿਆ ਸਿੱਖੀ ਵਿੱਚ। ਅਨਮਤੀਆਂ ਦੇ ਅਧਿਆਤਮ ਗਿਆਨੀ ਹੈਗੇ ਨੇ, ਸਾਡੀ ਕੌਮ 'ਚ ਇਸ ਵੇਲੇ ਕੋਈ ਵੀ ਨਹੀਂ ਹੈ। ਬੇੜਾ ਗਰਕ ਕੀਤਾ ਹੋਇਆ ਗਿਆਨ ਨੇ ਸਾਡੇ ਨੇ, ਇਹਨਾਂ ਦੇ ਗਿਆਨੀਆਂ ਨੇ, ਇਹਨਾਂ ਬੇਸਮਝ ਗਿਆਨੀਆਂ ਦੇ ਗਿਆਨ ਨੇ ਬੇੜਾ ਗਰਕ ਕੀਤਾ ਹੋਇਆ। ਤਿਆਗ ਦੀ ਨਿੰਦਾ ਪਏ ਕਰਦੇ ਨੇ ਇਹਦਾ। ਜਪ ਤਪ ਸੰਜਮ। ਹੁਣ ਗ੍ਰਸਤੀ ਬੰਦਾ ਕਿੱਥੋਂ ਸੰਜਮ ਕਰ ਲੂ ਬੋਲਣ ਦਾ? ਗ੍ਰਸਤੀ ਬੰਦਾ ਕਿੱਥੋਂ ਸੰਜਮ ਕਰ ਲੂ ਵੇਖਣ ਦਾ, ਖਾਣ ਦਾ, ਪੀਣ ਦਾ, ਆਉਣ ਦਾ, ਜਾਣ ਦਾ, ਉੱਠਣ ਦਾ, ਬੈਠਣ ਦਾ? ਕਿੱਥੋਂ ਸੰਜਮ ਕਰ ਲੂ? ਸਾਹਿਬ ਕਹਿੰਦੇ ਕਰਨਾ ਪੈਣਾ ਜੇ ਗ੍ਰਸਤੀਆਂ ਤਾਂ।
ਸੋ ਗਿਰਹੀ ਜੋ ਨਿਗਰੋ ਕਰੈ, ਜਪ ਤਪ ਸੰਜਮ ਭੀਖਿਆ ਕਰੇ। ਇਹ ਰੱਬ ਕੋਲੋਂ 3 ਚੀਜ਼ਾਂ ਮੰਗੇ ਗ੍ਰਸਤੀ ਬੰਦਾ, ਜਪ ਮੰਗੇ, ਤਪ ਮੰਗੇ ਤੇ ਸੰਜਮ ਮੰਗੇ, ਭਿਖਿਆ ਕਰੇ ਤੇ ਪੁੰਨ ਦਾਨ ਕਾ ਕਰੇ ਸਰੀਰਾ। ਆਪਣੇ ਸਰੀਰ ਦੁਆਰਾ ਪੁੰਨ ਦਾਨ ਕਰੇ। ਸਰੀਰ ਤੋਂ ਬਿਨਾਂ ਪੁੰਨ ਦਾਨ ਵੀ ਕਿਵੇਂ ਕਰ ਲਓਗੇ? ਪੁੰਨ ਚੰਗੇ ਕੰਮ ਕਰਨੇ ਤੇ ਸਰੀਰ ਨਾਲ ਹੀ ਹੋਣਗੇ ਨਾ। ਪੁੰਨ ਦਾਨ ਕਾ ਕਰੇ ਸਰੀਰ, ਆਪਣੇ ਸਰੀਰ ਨੂੰ ਪੁੰਨ ਤੇ ਦਾਨ ਵਿੱਚ ਲਾਵੇ। ਪੁਰਾਣੇ ਸਮੇਂ ਲੋਕੀ ਪੁੰਨ ਕਰਦੇ ਹੁੰਦੇ ਸਨ। ਰੁੱਖ ਲਾਉਣਾ ਵੱਡਾ ਪੁੰਨ ਮੰਨਿਆ ਜਾਂਦਾ ਸੀ। ਖੂਹ ਲਾਉਣਾ, ਰਾਹ ਵਿੱਚ ਕੋਈ ਪਾਣੀ ਪੀਵੇ, ਵੱਡਾ ਪੁੰਨ ਮੰਨਿਆ ਜਾਂਦਾ ਸੀ। ਇਹ ਗ੍ਰਸਤੀ ਵਾਸਤੇ, ਸਾਧੂ ਵਾਸਤੇ ਨਹੀਂ ਹੈ। ਨਾ ਨਾ, ਇਹ ਸਾਧੂ ਦਾ ਧਰਮ ਨਹੀਂ ਹੈ ਕਿ ਉਹ ਰੁੱਖ ਲਾਵੇ, ਉਹ ਖੂਹ ਲਾਵੇ। ਸਾਧੂ ਦਾ ਧਰਮ ਕੀ ਆ? ਸਾਧੂ ਦਾ ਧਰਮ ਉਹ ਜਪ ਤਪ ਕਮਾਵੇ। ਗਿਰਹੀ ਕਾ ਸਤ ਦਾਨ, ਜੋਗੀ ਕਾ ਜਤ ਹੋਵੇ। ਗ੍ਰਸਤੀ ਬੰਦਾ ਜਤੀ ਨਹੀਂ ਹੋ ਸਕਦਾ। ਉਹ ਦਾਨ ਪੁੰਨ ਕਰੇ, ਉਹ ਬੱਚੇ ਪੈਦਾ ਕਰੇ, ਉਹ ਆਪਣੇ ਟੱਬਰ ਨੂੰ ਪਾਲੇ। ਜੋਗੀ ਦਾ ਇਹ ਧਰਮ ਨਹੀਂ ਆ। ਜੋਗੀ ਕਾ ਜਤ ਹੋਏ, ਜਿਉਂ ਜੋਗੀ ਜਤ ਬਾਹਰਾ, ਤਪ ਨਹੀਂ ਸਤ ਸੰਤੋਖ। ਤਿਉ ਨਾਵੇਂ ਬਿਨ ਮਦੋਹਰੀ, ਜਮ ਮਾਰੇ ਅੰਤਰ ਦੋਖ। ਵੱਖੋ ਵੱਖਰੇ ਧਰਮ ਨੇ। ਸਾਹਿਬ ਕਹਿੰਦੇ ਜਪ ਤਪ ਸੰਜਮ ਭਿਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰਾ। ਆਪਣੇ ਸਰੀਰ ਦੁਆਰਾ ਪੁੰਨ ਕਰੇ, ਕਿਸੇ ਦਾ ਭਲਾ ਕਰੇ। ਤੇ ਕਲਯੁਗ ਦਾ ਸਮਾਂ ਜੇ ਕਿਸੇ ਦਾ ਭਲਾ ਕਰਕੇ ਵੇਖ ਲਓ, ਉਹੀ ਬੰਦਾ ਤੁਹਾਡਾ ਬੁਰਾ ਕਰਕੇ ਪਰਾਂ ਸੁੱਟ ਦੂਗਾ। ਪਤਾ ਨਹੀਂ ਕਲਯੁਗ ਦੇ ਕੀ ਕਰਾਉਣਾ ਸਾਡੇ ਕੋਲ ਤੇ ਕੀ ਹੋ ਰਿਹਾ। ਜਿਹਦਾ ਭਲਾ ਕਰ ਦਿਓ ਉਹ ਤੁਹਾਡੀ ਬਦਨਾਮੀ ਕਰੂ। ਇੱਕ ਦੱਸਦੇ ਹੁੰਦੇ ਵੀ ਕੋਈ ਭਲਾ ਬੰਦਾ ਤੁਰਿਆ ਜਾਂਦਿਆ ਸੀ ਤੇ ਅੱਗੇ ਕੋਈ ਬੰਦਾ ਡਿੱਗਿਆ ਪਿਆ ਤੇ ਨਾਲ ਉਸ ਭਲੇ ਬੰਦੇ ਦੇ ਇੱਕ ਬੁਰਾ ਬੰਦਾ, ਦੋਵੇਂ ਇਕੱਠੇ ਜਾਣ ਦਏ ਸੀ। ਉਹ ਭਲਾ ਬੰਦਾ ਕਹਿੰਦਾ ਵੀ ਇਹਨੂੰ ਚੁੱਕੀਏ, ਬੰਦਾ ਡਿੱਗਿਆ। ਉਹ ਬੁਰਾ ਬੰਦਾ ਕਹਿੰਦਾ ਨਾ ਰਹਿਣ ਦੇ, ਮਰਨ ਦੇ ਇਹੋ ਜਿਹੇ ਬੰਦਿਆਂ ਨੂੰ, ਪਰਾਂ ਕੀ ਚੁੱਕਣਾ ਇਹਨੂੰ ਤੂੰ। ਕਹਿੰਦਾ ਨਹੀਂ ਯਾਰ ਚੁੱਕੀਏ, ਡਿੱਗਿਆ। ਉਹ ਭਲਾ ਬੰਦਾ ਚੁੱਕਣ ਲੱਗਾ। ਕਲਯੁਗ ਭਲਾ ਕਰਨਾ ਵੀ ਬੰਦੇ ਦਾ ਬੁਰਾ ਹੋ ਜਾਂਦਾ ਹੈ। ਉਹ ਭਲਾ ਬੰਦਾ ਉਹਨੂੰ ਚੁੱਕਣ ਲੱਗਾ, ਚੁੱਕਤਾ ਉਹਨੇ, ਤੇ ਉਹੀ ਉਹਨੂੰ ਬਦਨਾਮ ਕਰਨ ਲੱਗ ਪਿਆ। ਇਹਨੇ ਮੈਨੂੰ ਮਾਰਿਆ ਵਾ, ਇਹਨੇ ਮੈਨੂੰ ਸੁੱਟਿਆ ਵਾ, ਤੇ ਮੁੜ ਕੇ ਚੁੱਕਣ ਆ ਗਿਆ ਮੈਨੂੰ। ਇਹ ਆ ਕਲਯੁਗ। ਤੇ ਉਹਨੂੰ ਜਿੱਦਾਂ ਡਿੱਗਿਆ, 2 ਘਸੁੰਨ ਹੋਰ ਮਾਰ ਕੇ ਹੋਰ ਠਾਂ ਸੁੱਟ ਕੇ ਤੁਰ ਜਾਂਦੇ। ਫਿਰ ਨਹੀਂ ਉਹਨੇ ਉਹਦਾ ਬੁਰਾ ਕਰਨਾ। ਉਹ ਚੁੱਕਣ ਵਾਲੇ ਦਾ ਹੀ ਬੁਰਾ ਕਰ ਛੱਡਿਆ ਉਹਨੇ। ਉਹ 'ਤੇ ਦੋਸ਼ ਲਾ ਦਿੱਤਾ, ਇਹਨੇ ਮੈਨੂੰ ਮਾਰਿਆ। ਅਤੇ ਉਹਨੂੰ 2 ਘਸੁੰਨ ਹੋਰ ਮਾਰ ਕੇ ਤੁਰ ਜਾਂਦੇ ਤੇ ਫਿਰ ਨਹੀਂ ਉਹਦਾ ਕਿ ਨਾਂ ਲੈਣਾ। ਇਹ ਕਲਯੁਗ ਵਾ। ਜਿਹਦਾ ਭਲਾ ਕਰਕੇ ਵੇਖ ਲਓ, ਥੋੜ੍ਹੇ ਦਿਨਾਂ ਬਾਅਦ ਤੁਹਾਡਾ ਹੀ ਬੁਰਾ ਕਰ ਦੂ, ਤੁਹਾਨੂੰ ਬਦਨਾਮ ਕਰ ਦੂ। ਇਹ ਜ਼ਿੰਦਗੀ ਦੇ ਤਜਰਬੇ ਨੇ, ਵੇਖ ਲੈਣਾ ਕਰਕੇ। ਅੱਜ ਕਲਯੁਗ ਦੇ ਸਮੇਂ 'ਚ ਕਿਸੇ ਦਾ ਭਲਾ, ਬਸ ਕਲਯੁਗ ਵਿੱਚ ਇੱਕੋ ਹੀ ਭਲਾ ਕੰਮ, ਕਲ ਮੇ ਇਹੋ ਪੁੰਨ ਗੁਣ ਗੋਬਿੰਦ ਗਾਏ। ਰੱਬ ਦੇ ਗੁਣ ਗਾਓ, ਭਲੇ ਭੁਲੇ ਦਾ ਕੋਈ ਸਮਾਂ ਨਹੀਂ ਹੁਣ, ਤਾਂ ਆਪਣਾ ਹੀ ਬੁਰਾ ਹੋ ਜਾਂਦਾ ਹੈ। ਇਹ ਗੱਲਾਂ ਤੇ ਹੋਰ ਤਰ੍ਹਾਂ ਦੀਆਂ ਮੈਂ ਕਰਨ ਦੇ। ਪੁੰਨ ਦਾਨ ਕਾ ਕਰੇ ਸਰੀਰਾ। ਇਹ ਕਦੇ ਸਰੀਰਾਂ ਦੇ ਨਾਲ ਪੁੰਨ ਦਾਨ ਕੀਤੇ ਜਾਂਦੇ ਰਹੇ ਸੀ ਤੇ ਵੱਧਦੇ ਫੁੱਲਦੇ ਸੀ। ਕਲਯੁਗ ਉਲਟ ਹੁੰਦੀ ਕਾਰਵਾਈ ਸਾਰੀ। ਸਾਹਿਬ ਕਹਿੰਦੇ ਜਿਹੜਾ ਇਸ ਤਰ੍ਹਾਂ ਕਰੂਗਾ, ਪੁੰਨ ਦਾਨ ਕਰੇਗਾ, ਆਪਣੇ ਸਰੀਰ ਦੁਆਰਾ ਕਰੇਗਾ। ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ। ਉਹ ਬੰਦਾ ਗ੍ਰਸਤੀ ਹੈ
ਤੇ ਮਨ ਉਹਨੇ ਆਪਣੇ ਗ੍ਰਸਥ ਧਰਮ ਨੂੰ ਨਿਭਾ ਲਿਆ ਅਗਰ ਪੁੰਨ ਦਾਨ ਕਰਦਾ ਤਾਂ। ਅਗਰ ਜਪ ਤਪ ਕਮਾਉਂਦਾ ਹੈ ਉਹ, ਜਪ ਤਪ ਸੰਜਮ ਭਿਖਿਆ ਕਰੇ, ਸੋ ਗਿਰਹੀ, ਉਹ ਗ੍ਰਸਤੀ ਆ। ਪੁੰਨ ਦਾਨ ਕਾ ਕਰੇ ਸਰੀਰਾ, ਸੋ ਗਿਰਹੀ ਗੰਗਾ ਕਾ ਨੀਰਾ। ਗੰਗਾ ਕਾ ਨੀਰ, ਕੋਈ ਕਹਾਵਤ ਸੀ ਕਿ ਸਭ ਤੋਂ ਪਵਿੱਤਰ ਚੀਜ਼ ਹੈ ਧਰਤੀ 'ਤੇ, ਤੇ ਉਹ ਗੰਗਾ ਦਾ ਨੀਰ ਵਾ। ਨੀਰ ਮੈਨੇ ਪਾਣੀ, ਤੇ ਸਭ ਤੋਂ ਪਵਿੱਤਰ ਪਾਣੀ ਮੰਨਿਆ ਜਾਂਦਾ ਸੀ। ਤੇ ਅੱਜ ਸਭ ਤੋਂ ਗੰਦੀ ਚੀਜ਼ ਧਰਤੀ 'ਤੇ ਉਹ ਮਨੁੱਖ ਨੇ ਪਾਣੀ ਕਰ ਛੱਡਿਆ ਗੰਦਾ। ਇਸ ਗੰਦੇ ਜੀਵ ਨੇ, ਇਹ ਗੰਦਾ ਜਾਨਵਰ ਆ ਧਰਤੀ 'ਤੇ, ਸਭ ਤੋਂ ਕੋਈ ਗੰਦਾ ਜਾਨਵਰ ਹੈ ਤੇ ਉਹ ਬੰਦਾ ਹੈ। ਜਿੰਨਾ ਗੰਦ ਇਸ ਬੰਦੇ ਨੇ ਇਸ ਧਰਤੀ 'ਤੇ ਪਾਇਆ, ਕਿਸੇ ਜਾਤ ਨੇ ਨਹੀਂ ਪਾਇਆ। ਸਭ ਤੋਂ ਗੰਦਾ ਤੇ ਸਭ ਤੋਂ ਭੈੜਾ ਕੋਈ ਜਾਨਵਰ ਹੈ, ਉਹਨੂੰ ਬੰਦਾ ਕਹਿੰਦੇ ਨੇ। ਗੰਦਾ ਤੇ ਬੰਦਾ। ਰੁੱਖ ਇਹ ਖਾ ਗਿਆ, ਹਵਾ ਇਹਨੇ ਗੰਦੀ ਕਰ ਛੱਡੀ, ਪਾਣੀ 'ਚ ਜ਼ਹਿਰ ਇਹਨੇ ਘੋਲ ਛੱਡੀ, ਧਰਤੀ ਉੱਤੇ ਅੱਗ ਲਾ ਲਾ ਕੇ ਜੀਵ ਜੰਤੂ ਇਹਨੇ ਮਾਰ ਛੱਡੇ ਨੇ। ਕੀ ਕੀ ਨਹੀਂ ਇਸ ਗੰਦੇ ਨੇ ਕੀਤਾ ਹੋਇਆ। ਉੱਚੇ ਉੱਚੇ ਟਿੱਬੇ ਹੁੰਦੇ ਸੀ, ਉਹਨਾਂ ਵਿੱਚ ਰੁੱਡਾਂ ਹੁੰਦੀਆਂ ਸੀ, ਬੱਚੇ ਜਾਨਵਰਾਂ ਦੇ ਬੱਚੇ ਪਲਦੇ ਹੁੰਦੇ ਸੀ, ਸਭ ਥੇ ਕਰ ਛੱਡੇ ਇਸ ਬੰਦੇ ਨੇ। ਤੇ ਜਦੋਂ ਇਹ ਪ੍ਰਕਿਰਤੀ ਦੇ ਨਾਲ ਇਸ ਤਰ੍ਹਾਂ ਖਿਲਵਾੜ ਕਰਦਾ, ਫਿਰ ਪ੍ਰਕਿਰਤੀ ਇਸ ਕੋ ਬਦਲਾ ਲੈਂਦੀ ਹੈ। ਟੱਬਰਾਂ ਦੇ ਟੱਬਰ ਉਹ ਮਰਨ ਦੇ ਨੇ, ਮੌਤਾਂ ਹੋਣ ਦੀਆਂ ਰੋਗਾਂ ਦੇ ਨਾਲ ਦੁਨੀਆ ਕੁਰਾਲ ਰਹੀ ਆ, ਹਸਪਤਾਲ ਭਰੇ ਪਏ ਨੇ। ਪ੍ਰਕਿਰਤੀ ਦੇ ਨਾਲ ਖਿਲਵਾੜ ਕੀਤਾ ਇਸ ਵਿਅਕਤੀ ਨੇ, ਤਾਂ ਹੀ ਮਰ ਰਿਹਾ ਹੈ ਅਨਿਆਈ ਮੌਤੇ। ਮੈਂ ਕਹਿ ਰਿਹਾ ਸੀ, ਸਾਹਿਬ ਕਹਿੰਦੇ ਸੋ ਗਿਰਹੀ ਗੰਗਾ ਕਾ ਨੀਰਾ। ਸਭ ਤੋਂ ਮਹਾਨ ਤੇ ਪਵਿੱਤਰ ਗੰਗਾ ਦਾ ਨੀਰ ਸੀ, ਕਿਉਂਕਿ ਉਹਦੇ ਕੰਢੇ ਉੱਤੇ ਕੋਈ ਬੰਦੇ ਨਹੀਂ ਸੀ ਰਹਿੰਦੇ। ਹੁਣ ਤਾਂ ਜਿੱਥੋਂ ਇਹ ਗੰਗਾ ਸ਼ੁਰੂ ਹੁੰਦੀ ਹੇਮਕੁੰਟ ਤੋਂ, ਉੱਥੇ ਘੋੜੇ ਵਿੱਚ ਖਲੋਤੇ ਲਿੱਦ ਕਰਨ ਦੇ ਨੇ ਅਤੇ ਪਿਸ਼ਾਬ ਕਰਨ ਦੇ ਨੇ, ਕਿਉਂਕਿ ਉੱਥੇ ਬੰਦਾ ਪਹੁੰਚ ਗਿਆ ਘੋੜਿਆਂ ਨੂੰ ਲੈ ਕੇ। ਇਹ ਜਿੱਥੇ ਵੀ ਗੰਦ ਪਿਆ ਬੰਦੇ ਨਹੀਂ ਪਾਇਆ। ਇਹ ਹੇਮਕੁੰਟ ਸਾਹਿਬ ਤਾਂ ਘੋੜੇ ਲੈ ਗਿਆ, ਉੱਥੇ ਘੋੜੇ ਹੁਣ ਲਿੱਦ ਕਰਨ ਦੇ ਨੇ। ਜਿੱਥੋਂ ਗੰਗਾ ਆਰੰਭ ਹੁੰਦੀ ਉੱਥੋਂ ਹੀ ਗੰਦ ਸ਼ੁਰੂ ਹੋ ਜਾਂਦਾ ਹੈ। ਤਾਂ ਕਬੀਰ ਸਾਹਿਬ ਕਹਿੰਦੇ, ਕਬੀਰ ਜੋ ਗ੍ਰਹਿ ਕਰੇ, ਤੇ ਇਕੱਲੇ ਗ੍ਰਸਤੀ ਬਣਿਆ ਕੱਖ ਵੀ ਨਹੀਂ ਹੋਣਾ। ਬੱਚੇ ਪਾਲਣੇ ਤੇ ਉਹ ਸਾਡੇ ਨਾਲ ਵਧੀਆ ਬੱਚੇ ਜਾਨਵਰ ਪਾਲ ਲੈਂਦੇ ਨੇ। ਘਰ ਵੀ ਜਿਹੜਾ ਕਿੱਡਾ ਵਧੀਆ ਘਰ ਪਾ ਲੈਂਦਾ, ਘਰ ਤੇ ਕੀੜੀ ਵੀ ਆਪਣਾ ਬਣਾ ਲੈਂਦੀ ਹੈ। ਨਹੀਂ, ਗ੍ਰਸਤ ਦੇ ਨਾਲ ਇਹ ਇੱਕ ਪਰਵਾ ਗ੍ਰਸਤ, ਦੂਸਰਾ ਪਰਵਾ ਧਰਮ। ਦੋਵਾਂ ਪਰਾਂ ਤੋਂ ਬਿਨਾਂ ਉੱਡਿਆ ਨਹੀਂ ਜਾਂਦਾ, ਦੋਹਾਂ ਲੱਤਾਂ ਤੋਂ ਬਿਨਾਂ ਚੱਲਿਆ ਨਹੀਂ ਜਾਂਦਾ। ਦੋਵੇਂ ਮਿਲ ਕਾਰਜ ਉਪਜੇ, ਧਰਮ ਤੇ ਗ੍ਰਸਤ। ਤੇ ਕਬੀਰ ਸਾਹਿਬ ਦੇ ਜੋ ਨਹੀਂ ਕਰ ਸਕਦਾ ਇਹ ਦੋਵੇਂ ਇਕੱਠੇ ਕੰਮ। ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਤੇ ਜੇ ਤੂੰ ਧਰਮ ਕਮਾਵਣ ਮੁਸ਼ਕਲ ਹੈ ਤੇ ਨਾਈ ਤਾਂ ਕਰ ਬੈਰਾਗ, ਛੱਡ ਦੇ ਫਿਰ ਇਸ ਨੂੰ। ਤੇ ਜੇ ਤੂੰ ਛੱਡ ਵੀ ਦਿੱਤੋਂ ਤੇ ਮਮਤਾ ਬੜੀ ਅੰਦਰ ਵੜੀ ਹੋਈ ਆ, ਇਹਨੇ ਕੀ ਕਰਨਾ, ਘਰ ਛੱਡ ਕੇ ਆਸ਼ਰਮ ਬਣਾ ਕੇ ਬਹਿਣਾ, ਚੇਲੇ ਬਣਾ ਕੇ ਬਹਿ ਜਾਣਾ। ਬੈਰਾਗੀ ਬੰਧਨ ਕਰੇ, ਗ੍ਰਸਤੀ ਬੰਦਾ ਲੋੜਾਂ 'ਚ ਫਸ ਗਿਆ, ਤੇ ਤਿਆਗੀ ਬੰਦਾ ਚੇਲਿਆਂ 'ਚ ਫਸ ਗਿਆ। ਬੈਰਾਗੀ ਬੰਧਨ ਕਰੇ, ਤਾਂ ਕੋ ਵੱਡੋ ਅਭਾਗ। ਕਬੀਰ ਸਿੰਘ ਨੇ ਗ੍ਰਸਤੀ ਵੀ ਨਹੀਂ ਧਰਮ ਕਮਾ ਸਕਿਆ, ਤੇ ਤਿਆਗੀ ਵੀ ਨਹੀਂ ਕਮਾ ਸਕਦਾ, ਦੋਵੇਂ ਫਸ ਗਏ ਨੇ। ਉਹ ਘਰ 'ਚ ਫਸ ਗਿਆ, ਉਹ ਆਸ਼ਰਮ 'ਚ ਫਸ ਗਿਆ। ਉਹਨੂੰ ਬੱਚਿਆਂ ਦੇ ਫਿਕਰ ਪੈ ਗਿਆ, ਇੱਥੇ ਚੇਲਿਆਂ ਦੀ ਬਹੁਤੀ ਫਿਕਰ ਕਰਦੇ ਨੇ। ਆ ਕਈ ਵੇਖ ਘੋੜੇ, ਹਾਥੀ, ਸੱਪ, ਚੂਹੇ ਰੱਖ ਕੇ ਬੈਠੇ ਨੇ ਸਾਧੂ ਮਹਾਤਮਾ ਆਪਣੇ ਡੇਰਿਆਂ ਉੱਤੇ, ਕੁੱਤੇ ਬਿੱਲੀਆਂ ਰੱਖ ਕੇ ਬੈਠੇ ਹੋਏ ਨੇ ਸਾਧੂ ਮਹਾਤਮਾ। ਇਹ ਕੀ ਪਖੰਡਵਾਦ ਚੱਲ ਰਿਹਾ ਹੈ। ਧਰਮ ਕਮਾਉਣ ਗਏ ਸੀ, ਨਹੀਂ ਕਮਾ ਸਕੇ, ਫਸ ਗਏ ਫਿਰ ਉਸੇ ਚੱਕਰ 'ਚ, ਕਿਉਂਕਿ ਅੰਦਰ ਮਮਤਾ ਹੈ, ਮੋਹ ਆ। ਉਹ ਕਿਤੇ ਨਾ ਕਿਤੇ ਤਾਂ ਫਸਾਉਣਾ ਪੈਣਾ ਉਸ ਮੋਹ ਨੂੰ।
ਘਰ 'ਚ ਨਹੀਂ ਫਸਿਆ ਤੇ ਡੇਰਿਆਂ 'ਚ ਫਸ ਗਿਆ।